ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? Wish you all a very happy new year, and I just hope this new year brings a lot of blessings in your life. ਅੱਜ ਮੈਂ ਲੈ ਕੇ ਆਇਆ ਜੀ ਇੱਕ ਹੋਰ ਨਵੀਂ ਵੀਡੀਓ, ਇੱਕ ਨਵੀਂ ਸਟੋਰੀ, ਬੜੀ ਹੀ ਇੰਟਰਸਟਿੰਗ ਸਟੋਰੀ ਇੱਕ ਬਹੁਤ ਹੀ ਖੂਬਸੂਰਤ ਦੇਸ਼ ਦੀ। ਇਹ ਦੇਸ਼ ਆਪਣੀ ਖੂਬਸੂਰਤੀ ਲਈ ਤਾਂ ਚਰਚਾ ਵਿੱਚ ਰਹਿੰਦਾ ਹੀ ਹੈ, ਬਟ ਨਾਲ ਦੀ ਨਾਲ ਇਹ ਆਪਣੀ ਕਲੀਨਲੀਨੈਸ ਕਰਕੇ ਵੀ ਸਾਰੀ ਦੁਨੀਆ ਵਿੱਚ ਚਰਚਾ ਦਾ ਵਿਸ਼ੇ ਬਣਿਆ ਰਹਿੰਦਾ। ਸਫਾਈ ਨੂੰ ਲੈ ਕੇ ਇੰਨੇ ਕੁ ਗੰਭੀਰ ਨੇ ਕਿ ਚਿੰਗਮ ਤੱਕ ਇਹ ਕੰਟਰੀ ਨੇ ਬੈਨ ਕੀਤੀ ਹੋਈ ਹੈ ਜੀ। ਟੌਪ 5 ਰਿਚੈਸਟ ਕੰਟਰੀਜ਼ ਦੇ ਵਿੱਚੋਂ ਇੱਕ ਹੈ। ਕਰਪਸ਼ਨ ਦੀ ਗੱਲ ਕਰੀਏ ਤਾਂ ਨਾ ਦੇ ਬਰਾਬਰ ਕਰਪਸ਼ਨ ਹੈ, ਤੇ ਜੇ ਕ੍ਰਾਈਮ ਰੇਟ ਦੀ ਗੱਲ ਕਰੀਏ ਤਾਂ ਨਾ ਦੇ ਬਰਾਬਰ ਕ੍ਰਾਈਮ ਰੇਟ ਹੈ। ਸ਼ਾਇਦ ਅੱਜ ਇਹ ਏਸ਼ੀਆ ਦੀ ਨੰਬਰ 1 ਕੰਟਰੀ ਹੈ ਜੀ। ਹਾਂਜੀ, ਮੈਂ ਗੱਲ ਕਰ ਰਿਹਾ ਜੀ ਅੱਜ ਸਿੰਗਾਪੁਰ ਦੀ। ਆਪਾਂ ਜਾਣਦੇ ਹਾਂ ਜੀ ਇਹਨਾਂ ਨੇ ਇਹੋ ਜਿਹਾ ਕੀ ਕੀਤਾ ਕਿ ਅੱਜ ਇਹ ਹਾਈਲੀ ਡਿਵੈਲਪ ਕੰਟਰੀ ਹੈ। ਸ਼ੁਰੂ ਕਰਦੇ ਜੀ ਆਪਣੀ ਸਟੋਰੀ ਸਿੰਗਾਪੁਰ। ਆਪਾਂ ਜੇ ਸਟਾਰਟ ਕਰੀਏ ਜੀ ਸਿੰਗਾਪੁਰ ਦੇ ਨਾਮ ਤੋਂ ਹੀ। ਸਿੰਗਾਪੁਰ ਦਾ ਨਾਮ ਜਿਹੜਾ ਹੈ ਉਹ ਸੰਸਕ੍ਰਿਤ ਦੇ ਨਾਮ ਤੋਂ ਬਣਿਆ। ਸਿੰਗਾ ਮੀਨਸ ਲਾਇਨ ਐਂਡ ਪੁਰ ਮੀਨਸ ਸਿਟੀ। ਤਾਂ ਸਿੰਗਾਪੁਰ ਨੂੰ ਆਪਾਂ ਲਾਇਨ ਸਿਟੀ ਵੀ ਕਹਿ ਸਕਦੇ ਹਾਂ। ਸਿੰਗਾਪੁਰ ਦੀ ਜੇ ਕੰਟਰੀ ਦੀ ਗੱਲ ਕਰੀਏ ਤਾਂ ਬਹੁਤ ਹੀ ਟਾਈਨੀ ਕੰਟਰੀ ਹੈ, ਬਹੁਤ ਹੀ ਛੋਟੀ ਕੰਟਰੀ ਹੈ। ਜੇ ਤੁਸੀਂ ਮੈਪ 'ਤੇ ਚੈੱਕ ਕਰੋ, ਵਰਲਡ ਮੈਪ 'ਤੇ ਚੈੱਕ ਕਰੋ ਤਾਂ ਸਿੰਗਾਪੁਰ ਨੂੰ ਲੱਭਣਾ ਬਹੁਤ ਔਖਾ ਹੈ। ਇੰਨਾ ਈਜ਼ਲੀ ਨਹੀਂ ਫਾਈਂਡ ਕੀਤਾ ਜਾ ਸਕਦਾ, ਬਿਕੋਜ਼ ਇਹਦਾ ਜਿਹੜਾ ਏਰੀਆ ਹੈ ਉਹ ਦਿੱਲੀ ਨਾਲੋਂ ਵੀ ਛੋਟਾ ਹੈ। ਬਹੁਤ ਹੀ ਛੋਟਾ ਏਰੀਆ ਹੈ, ਦਿੱਲੀ ਦਾ ਅੱਧ ਲਗਾ ਲਓ। ਦਿੱਲੀ ਦੇ ਅੱਧੇ ਏਰੀਏ ਜਿੰਨਾ ਸਿੰਗਾਪੁਰ ਹੈ, ਤੇ 57 ਲੱਖ ਇਸ ਟਾਈਮ ਕਰੰਟ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਹੈ ਉਹ ਸਿਰਫ 57 ਲੱਖ ਹੈ। ਸਿੰਗਾਪੁਰ ਨੂੰ 4 ਏਸ਼ੀਅਨ ਟਾਈਗਰਸ ਦੇ ਵਿੱਚੋਂ ਵੀ ਇੱਕ ਮੰਨਿਆ ਜਾਂਦਾ ਹੈ। ਬਾਕੀ 3 ਏਸ਼ੀਅਨ ਟਾਈਗਰਸ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਹੈਗੇ ਨੇ ਜੀ ਹਾਂਗਕਾਂਗ, ਸਾਊਥ ਕੋਰੀਆ ਤੇ ਤਾਈਵਾਨ। ਇਹ ਸਾਰੀਆਂ ਹਾਈਲੀ ਡਿਵੈਲਪ ਕੰਟਰੀਆਂ ਨੇ। ਬਟ ਜੇ ਤੁਸੀਂ ਦੇਖੋ ਤਾਂ 1965, ਜੇ ਆਪਾਂ ਥੋੜਾ ਟਾਈਮ ਪਿੱਛੇ ਚੱਲ ਜਾਈਏ ਤੇ 1965 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੰਗਾਪੁਰ ਨੇ ਬਹੁਤ ਹੀ ਮੁਸ਼ਕਿਲ ਸਮਾਂ ਦੇਖਿਆ। ਉਸ ਟਾਈਮ ਗਰੀਬੀ, ਅਨਇੰਪਲੋਇਮੈਂਟ, ਕ੍ਰਾਈਮ ਰੇਟ ਹਾਈ, ਡਰੱਗ ਐਡਿਕਸ਼ਨ, ਇਹ ਇਹੋ ਜਿਹੇ ਇਸ਼ੂਜ਼ ਸੀਗੇ ਜੋ ਇਹ ਕੰਟਰੀ ਫੇਸ ਕਰ ਰਹੀ ਸੀ। ਪਿਛਲੇ 25, 30, 40 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਕੀਤਾ ਕਿ ਅੱਜ ਇਹ ਹਾਈਲੀ ਡਿਵੈਲਪ ਕੰਟਰੀਆਂ ਵਿੱਚੋਂ ਮੰਨੀ ਜਾਂਦੀ ਹੈ, ਤੇ ਇਹਨਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਕਾਫੀ ਹਾਈ ਹੈ। ਔਰ ਜੇ ਆਪਾਂ ਇਤਿਹਾਸ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਹਿਸਟਰੀ ਵੀ ਜਿਵੇਂ ਇੰਡੀਆ ਦੀ ਹਿਸਟਰੀ ਰਹੀ ਹੈ ਕਿ ਜਿਵੇਂ ਗੋਰੇ ਆਏ, ਗੋਰਿਆਂ ਤੋਂ ਪਹਿਲਾਂ ਮੁਗਲ ਆਏ, ਉੱਦਾਂ ਹੀ ਇਹਨਾਂ ਦੀ ਕੰਟਰੀ ਵਿੱਚ ਵੀ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਲੋਕਾਂ ਨੇ ਰਾਜ ਕੀਤਾ। ਸਭ ਤੋਂ ਪਹਿਲਾਂ ਇਹਨੂੰ ਇੱਕ ਇੰਡੋਨੇਸ਼ੀਅਨ ਕਿੰਗ ਨੇ ਰੂਲ ਕੀਤਾ। ਇੰਡੋਨੇਸ਼ੀਅਨ ਕਿੰਗ ਦਾ ਸ਼ਾਸਨ ਸੀਗਾ। ਇੰਡੋਨੇਸ਼ੀਅਨ ਕਿੰਗ ਦੇ ਜਾਣ ਤੋਂ ਬਾਅਦ ਇੱਥੇ ਪੋਰਚੁਗੀਜ਼ ਆਏ। ਪੋਰਚੁਗੀਜ਼ ਜਾਣ ਤੋਂ ਬਾਅਦ ਇੱਥੇ ਬ੍ਰਿਟਿਸ਼ ਆਏ। ਬ੍ਰਿਟਿਸ਼ ਆਏ 1819 ਤੇ 1819 ਵਿੱਚ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਲੈ ਕੇ ਆਏ ਇੱਥੇ, ਤੇ ਉਸ ਤੋਂ ਬਾਅਦ ਉਸ ਟਾਈਮ ਤੇ ਇਸ ਕੰਟਰੀ ਨੂੰ ਸਿਰਫ ਐਂਡ ਸਿਰਫ ਟ੍ਰੇਡਿੰਗ ਆਊਟਪੋਸਟ ਲਈ ਯੂਜ਼ ਕੀਤਾ ਜਾਂਦਾ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਕਸਟਮ ਡਿਊਟੀ ਨਹੀਂ ਦਿੰਦੇ ਸੀ, ਕੋਈ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦਿੱਤਾ ਜਾਂਦਾ ਸੀ। ਫ੍ਰੀ ਆਫ ਕੋਸਟ ਮਤਲਬ ਇਹ ਕੰਟਰੀ ਨੂੰ ਯੂਜ਼ ਕੀਤਾ ਜਾਂਦਾ ਸੀ। 1940 ਦੇ ਵਿੱਚ ਇੱਥੇ ਜੈਪਨੀਜ਼ ਨੇ ਇਨਵੇਡ ਕੀਤਾ। 1940 ਦਾ ਉਹ ਟਾਈਮ ਸੀ ਜਦੋਂ ਵਰਲਡ ਵਾਰ 2 ਚੱਲਦੀ ਪਈ ਸੀ। ਵਰਲਡ ਵਾਰ 2 ਦੇ ਵਿੱਚ 1940 ਦੇ ਵਿੱਚ ਜੈਪਨੀਜ਼ ਨੇ ਇਹਨੂੰ ਇਨਵੇਡ ਕੀਤਾ ਤੇ ਇਹਨਾਂ ਤੇ ਕਬਜ਼ਾ ਕਰ ਲਿਆ। ਤੇ ਨੈਕਸਟ 3, 4, 5 ਇਅਰਸ ਜੈਪਨੀਜ਼ ਦਾ ਹੀ ਕਬਜ਼ਾ ਰਿਹਾ। ਉਸ ਟਾਈਮ ਤੇ ਜੈਪਨੀਜ਼ ਨੇ ਇਹਨਾਂ ਦੀ ਜ਼ਿੰਦਗੀ ਨਰਕ ਬਣਾਤੀ। ਇਹਨਾਂ ਦੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀਗਾ। 1945 ਦੇ ਵਿੱਚ ਜਦੋਂ ਵਰਲਡ ਵਾਰ 2 ਖਤਮ ਹੋਈ, ਉਸ ਟਾਈਮ ਜੈਪਨੀਜ਼ ਜਦੋਂ ਵਰਲਡ ਵਾਰ ਹਾਰ ਗਏ ਤਾਂ ਉਹਨਾਂ ਨੇ ਇਹ ਕੰਟਰੀ ਛੱਡੀ ਤੇ ਫਿਰ ਬ੍ਰਿਟਿਸ਼ ਦੁਬਾਰਾ ਇਸ ਕੰਟਰੀ 'ਚ ਆਏ। ਤੇ ਜਦੋਂ ਬ੍ਰਿਟਿਸ਼ ਦੁਬਾਰਾ ਆਏ ਤੇ ਉਹਨਾਂ ਨੇ ਦੇਖਿਆ ਕਿ ਇੱਥੋਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹੋ ਚੁੱਕੇ ਨੇ, ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਕੰਟਰੀ ਦੇ ਹਾਲਾਤ ਦੁਬਾਰਾ ਸੁਧਾਰੇ ਜਾਣ। ਕਈ ਤਰ੍ਹਾਂ ਦੇ ਉਹ ਨਈ ਪਾਲਿਸੀਜ਼ ਲੈ ਕੇ ਆਏ, ਨਵੀਂ ਤਰ੍ਹਾਂ ਦੀਆਂ ਜੌਬਸ ਵੀ ਕ੍ਰੀਏਟ ਕੀਤੀਆਂ। ਈਵਨ ਕਿ ਉਹਨਾਂ ਨੇ ਬ੍ਰਿਟਿਸ਼ ਨੇ ਆਰਮੀ ਵੀ ਬਣਾਈ ਆਪਣੀ ਸਿੰਗਾਪੁਰ ਦੇ ਵਿੱਚ, ਤਾਂ ਕਿ ਸਿੰਗਾਪੁਰ ਨੂੰ ਦੁਬਾਰਾ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ। ਉਸ ਤੋਂ ਬਾਅਦ ਜੀ ਸਮੇਂ ਦੇ ਨਾਲ ਜਿਵੇਂ ਕਿਉਂਕਿ ਬ੍ਰਿਟਿਸ਼ UK ਗਵਰਨਮੈਂਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਤੇ ਜਦੋਂ UK 'ਚ ਸਰਕਾਰ ਬਦਲੀ ਤਾਂ ਬ੍ਰਿਟਿਸ਼ ਨੇ ਵੀ ਡਿਸਾਈਡ ਕੀਤਾ ਕਿ ਹੁਣ ਸਿੰਗਾਪੁਰ ਨੂੰ ਛੱਡਿਆ ਜਾਵੇ। ਜਦੋਂ ਸਿੰਗਾਪੁਰ ਨੂੰ ਛੱਡਣ ਦਾ ਟਾਈਮ ਆਇਆ ਤਾਂ ਉਸ ਟਾਈਮ ਤੇ 1959 ਦੇ ਵਿੱਚ ਇਲੈਕਸ਼ਨ ਹੋਣਗੇ, ਜਿਹਦੇ ਵਿੱਚ ਫਸਟ ਇਲੈਕਸ਼ਨ ਕਰਵਾਏ ਗਏ ਤੇ
ਫਸਟ ਇਲੈਕਸ਼ਨ ਦੇ ਵਿੱਚ ਜਿਹੜਾ ਬੰਦਾ ਉਸ ਇਲੈਕਸ਼ਨ ਨੂੰ ਜਿੱਤਿਆ ਉਹ ਆ ਜੀ ਸਾਡੀ ਕਹਾਣੀ ਦਾ ਹੀਰੋ। ਉਸ ਬੰਦੇ ਦਾ ਨਾਮ ਹੈ ਜੀ ਲੀ ਕੁਆਨ ਯੂ। ਲੀ ਕੁਆਨ ਯੂ ਬਣੇ ਫਸਟ ਪ੍ਰਾਈਮ ਮਿਨਿਸਟਰ ਆਫ ਸਿੰਗਾਪੁਰ ਤੇ ਉਹ ਲੜੇ ਜੀ ਪੀਪਲਸ ਐਕਸ਼ਨ ਪਾਰਟੀ ਵੱਲੋਂ ਤੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣਦੇ ਸਾਰੀ ਸਿੰਗਾਪੁਰ ਦੀ ਕਿਸਮਤ ਵੀ ਬਦਲ ਗਈ। ਸਿੰਗਾਪੁਰ 'ਚ ਉਹਨਾਂ ਦਾ ਆਉਣ ਦਾ ਮਤਲਬ ਸੀ ਕਿ ਇੱਕ ਸੁਪਰ ਹੀਰੋ ਦੀ ਐਂਟਰੀ, ਉਹਨਾਂ ਨੂੰ ਐਜ਼ ਅ ਸੁਪਰ ਹੀਰੋ ਦੇਖਿਆ ਗਿਆ। ਉਹ ਇਹੋ ਜਿਹੀਆਂ ਪਾਲਿਸੀਆਂ, ਇਹੋ ਜਿਹੀਆਂ ਸਕੀਮਸ, ਇਹੋ ਜਿਹੀਆਂ ਪਲੈਨਿੰਗਸ, ਇਹੋ ਜਿਹੇ ਮੈਥਡਸ ਲੈ ਕੇ ਆਏ ਕਿ ਸਿੰਗਾਪੁਰ ਅੱਜ ਦੇ ਟਾਈਮ ਤੱਕ ਉਸ ਬੰਦੇ ਨੂੰ ਯਾਦ ਕਰਦਾ ਤੇ ਉਸ ਬੰਦੇ ਦਾ ਥੈਂਕ ਯੂ ਕਰਦਾ। ਫਸਟ ਸਟੈਪ ਜਿਹੜਾ ਉਹਨਾਂ ਨੇ ਚੱਕਿਆ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਦੇ ਸਾਰੀ ਜਿਹੜੇ ਆਪਣੀ ਨੇਬਰਸ ਕੰਟਰੀ ਸੀਗੀਆਂ ਉਹਨਾਂ ਦੇ ਨਾਲ ਯਾਰੀ ਦੋਸਤੀ ਵਧਾਈ, ਫਰੈਂਡਸ਼ਿਪ ਵਧਾਈ। ਫਰੈਂਡਸ਼ਿਪ ਵਧਾਉਣ ਦੇ ਨਾਲ ਉਹਨਾਂ ਨੇ ਇੱਕ ਏਸ਼ੀਅਨ ਗਰੁੱਪ ਬਣਾਇਆ। ਏਸ਼ੀਅਨ ਗਰੁੱਪ ਦਾ ਮਤਲਬ ਹੈ ਜੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਜਿਹਦੇ ਵਿੱਚ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਸ, ਸਿੰਗਾਪੁਰ ਤੇ ਥਾਈਲੈਂਡ ਆਉਂਦੀ ਹੈ। ਤੇ ਡਿਸਾਈਡ ਕੀਤਾ ਗਿਆ ਕਿ ਆਪਾਂ ਇੱਕ ਦੂਜੇ ਦੇ ਨਾਲ ਰਲ ਕੇ ਚੱਲਾਂਗੇ, ਇੱਕ ਦੂਜੇ ਦੀ ਹੈਲਪ ਕਰਾਂਗੇ। ਸੈਕਿੰਡ ਥਿੰਗ ਉਹਨਾਂ ਨੇ ਕੀਤੀ ਕਿ ਨੈਸ਼ਨਲ ਸਿਕਿਉਰਿਟੀ ਸਰਵਿਸਿਜ਼ ਨੂੰ ਲੈ ਕੇ ਆਏ। ਨੈਸ਼ਨਲ ਸਰਵਿਸਿਜ਼ ਨੂੰ ਲੈ ਕੇ ਆਉਣ ਦਾ ਮਤਲਬ ਇਹ ਸੀਗਾ ਕਿ ਉਹਨਾਂ ਨੇ ਦੇਖ ਲਿਆ ਕਿ ਸਿੰਗਾਪੁਰ ਕੋਲੇ ਆਪਦੀ ਆਰਮੀ ਹੈ ਨਹੀਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬ੍ਰਿਟਿਸ਼ ਆਰਮੀ ਪਹਿਲਾਂ ਸਿੰਗਾਪੁਰ ਨੂੰ ਪ੍ਰੋਟੈਕਟ ਕਰਦੀ ਸੀ, ਜਦੋਂ ਬ੍ਰਿਟਿਸ਼ ਚਲੇ ਗਏ ਉਸ ਤੋਂ ਬਾਅਦ ਸਿੰਗਾਪੁਰ ਕੋਲੇ ਕੋਈ ਆਪਦੀ ਆਰਮੀ ਨਹੀਂ ਸੀ। ਈਵਨ ਤੋਂ ਉਹਨਾਂ ਨੇ ਨੇਬਰਸ ਨਾਲ ਆਪਣੇ ਨੇਬਰਸ ਨਾਲ ਫਰੈਂਡਸ਼ਿਪ ਬਣਾਈ, ਸਾਰੀ ਕੰਟਰੀਆਂ ਨੂੰ ਲੈ ਕੇ ਨਾਲ ਚੱਲੇ, ਬਟ ਫਿਰ ਵੀ ਉਹਨਾਂ ਨੂੰ ਐ ਸੀਗਾ ਕਿ ਸਾਡੀ ਵੀ ਆਪਦੀ ਕੋਈ ਆਰਮੀ ਹੋਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਇੱਕ ਨੈਸ਼ਨਲ ਸਰਵਿਸ ਨੂੰ ਲਿਆਂਦਾ। ਨੈਸ਼ਨਲ ਸਰਵਿਸ ਦੇ ਆਉਣ ਦਾ ਮਤਲਬ ਇਹ ਸੀ ਕਿ ਜਦੋਂ ਵੀ ਕੋਈ ਵੀ ਯੰਗ ਮੁੰਡਾ, ਕੋਈ ਵੀ ਨੌਜਵਾਨ 18 ਸਾਲ ਦਾ ਹੁੰਦਾ, 18 ਸਾਲ ਦੇ ਹੋਣ ਤੋਂ ਬਾਅਦ ਉਹਨੂੰ ਨੈਸ਼ਨਲ ਡਿਫੈਂਸ ਫੋਰਸਿਸ ਨੂੰ ਜੁਆਇਨ ਕਰਨਾ ਪਊਗਾ ਕੁਝ ਟਾਈਮ ਲਈ, ਜਿਹਦੇ ਨਾਲ ਕੀ ਹੋਇਆ ਕਿ ਉਹਨਾਂ ਦੀ ਖੁਦ ਦੀ ਇੱਕ ਸਿੰਗਾਪੁਰ ਵਿੱਚ ਆਰਮੀ ਸਲੋਲੀ ਤਿਆਰ ਹੁੰਦੀ ਗਈ ਤੇ ਕਈ ਨੌਜਵਾਨ ਉਹਦੇ ਵਿੱਚ ਜੁੜਦੇ ਚਲੇ ਗਏ। ਤੀਜਾ ਉਹ ਲੈ ਕੇ ਆਏ, ਉਹਨਾਂ ਨੇ ਦੇਖ ਲਿਆ ਕਿ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਟੂਲ ਤੇ ਐਜੂਕੇਸ਼ਨ ਸਾਰੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ, ਉਹ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਫਰਕ ਨਹੀਂ ਪੈਂਦਾ। ਇਸ ਲਈ ਉਹ ਲੈ ਕੇ ਆਏ ਜੀ ਕੰਪਲਸਰੀ ਪ੍ਰਾਇਮਰੀ ਐਜੂਕੇਸ਼ਨ ਤੇ ਨਾਲ ਦੀ ਨਾਲ ਹੀ ਹਾਈ ਕੁਆਲਿਟੀ ਪਬਲਿਕ ਐਜੂਕੇਸ਼ਨ ਲੈ ਕੇ ਆਏ। ਹਾਈ ਕੁਆਲਿਟੀ ਪਬਲਿਕ ਐਜੂਕੇਸ਼ਨ ਦਾ ਮਤਲਬ ਹੈ ਕਿ ਜਿਹੜੇ ਉਹਨਾਂ ਦੇ ਪਬਲਿਕ ਸਕੂਲ ਸੀ ਸਿੰਗਾਪੁਰ ਦੇ ਵਿੱਚ, ਉਹਨਾਂ ਦੇ ਵਿੱਚ ਵਧੀਆ ਕੁਆਲਿਟੀ ਦੀ ਐਜੂਕੇਸ਼ਨ ਮਿਲੇ, ਨਾ ਦੇ ਬਰਾਬਰ ਫੀਸ ਲੈ ਕੇ ਉੱਥੇ ਸਭ ਨੂੰ ਐਜੂਕੇਟ ਕੀਤਾ ਜਾਵੇ। ਇਸ ਤਰ੍ਹਾਂ ਦਾ ਉਹ ਇੱਕ ਪਾਲਿਸੀ ਲੈ ਕੇ ਆਏ। ਉਸ ਤੋਂ ਬਾਅਦ ਜੀ ਉਹਨਾਂ ਨੇ ਆਪਣੀ ਕੰਟਰੀ ਨੂੰ ਮਲਟੀ ਰੇਸ਼ੀਅਲ ਨੇਸ਼ਨ ਡਿਕਲੇਅਰ ਕੀਤਾ। ਮਲਟੀ ਰੇਸ਼ੀਅਲ ਨੇਸ਼ਨ ਦਾ ਮਤਲਬ ਇਹ ਹੈ ਕਿ ਉਹ ਨਹੀਂ ਚਾਹੁੰਦੇ ਸੀ, ਲੀ ਕੁਆਨ ਯੂ ਨਹੀਂ ਚਾਹੁੰਦੇ ਸੀਗੇ ਕਿ ਆਪਣੀ ਕੰਟਰੀ ਸਿਰਫ ਕਿਸੇ ਇੱਕ ਧਰਮ ਦੀ ਰਹਿ ਜਾਵੇ ਜਾਂ ਕਿਸੇ ਇੱਕ ਖਾਸ ਕਮਿਊਨਿਟੀ ਦੀ ਰਹਿ ਜਾਵੇ। ਉਹਨਾਂ ਨੂੰ ਐ ਸੀ ਕਿ ਆਪਣੀ ਕੰਟਰੀ ਦੇ ਵਿੱਚ ਜਿੰਨੇ ਵੀ ਧਰਮਾਂ ਦੇ, ਜਿੰਨੇ ਵੀ ਡਿਫਰੈਂਟ ਕਲਚਰ ਦੇ, ਕਮਿਊਨਿਟੀ ਦੇ ਲੋਕ ਰਹਿੰਦੇ ਨੇ, ਉਹ ਸਭ ਦੀ ਇਹ ਕੰਟਰੀ ਬਣੇ। ਫਿਰ ਉਹ ਲੈ ਕੇ ਆਏ ਜੀ ਐਥਨਿਕ ਇੰਟੀਗ੍ਰੇਸ਼ਨ ਪਾਲਿਸੀ। ਐਥਨਿਕ ਇੰਟੀਗ੍ਰੇਸ਼ਨ ਪਾਲਿਸੀ ਲਿਆਉਣ ਦਾ ਮਤਲਬ ਇਹ ਸੀਗਾ ਕਿ ਲੋਕਾਂ ਦੇ ਵਿੱਚ ਪਿਆਰ ਵਧੇ। ਜਿੰਨਾ ਵੀ ਪਬਲਿਕ ਹਾਊਸਿੰਗ ਬਣਾਈ ਗਈ, ਲੋਕਾਂ ਲਈ ਜਿੰਨੇ ਵੀ ਪਬਲਿਕ ਘਰ ਬਣਾਏ ਗਏ, ਪਬਲਿਕ ਹਾਊਸਿੰਗ ਬਣਾਈ ਗਈ ਗਵਰਨਮੈਂਟ ਵੱਲੋਂ, ਉਹਨਾਂ ਨੇ ਡਿਸਾਈਡ ਕੀਤਾ ਕਿ ਇੰਨੀ ਰੇਸ਼ੋ ਹਰ ਧਰਮ ਦੀ, ਹਰ ਕਮਿਊਨਿਟੀ ਦੀ ਹੋਣੀ ਚਾਹੀਦੀ ਹੈ ਉਹ ਪਬਲਿਕ ਹਾਊਸਿੰਗ ਵਿੱਚ ਰਹਿਣ ਵਾਲਿਆਂ ਲਈ। ਜਿਵੇਂ ਆਪਾਂ ਗੱਲ ਕਰੀਏ ਕਿ ਆਹ ਇਲਾਕਾ ਸਿਰਫ ਹਿੰਦੂਆਂ ਦਾ, ਜਾਂ ਆਹ ਇਲਾਕਾ ਸਿਰਫ ਮੁਸਲਮਾਨਾਂ ਦਾ, ਆਹ ਇਲਾਕਾ ਸਿਰਫ ਸਿੱਖਾਂ ਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ। ਉਹਨਾਂ ਨੇ ਇਹ ਤੁਸੀਂ ਐ ਲਾ ਲਓ ਕਿ ਪਾਲਿਸੀ ਵੀ ਲੈ ਕੇ ਆ ਗਏ ਕਿ ਜਿਹਦੇ ਵਿੱਚ ਇੱਕ ਰੇਸ਼ੋ ਹਰ ਧਰਮ ਦੀ ਹੋਵੇਗੀ। ਜੇ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ, ਜੇ ਉੱਥੇ ਡਿਸਾਈਡ ਕੀਤਾ ਗਿਆ ਕਿ 75% ਚਾਈਨੀਜ਼ ਹੋਣਗੇ, 25% ਮੁਸਲਿਮਸ ਹੋਣਗੇ, 10% ਹਿੰਦੂ ਹੋਣਗੇ, ਜਾਂ ਬਾਕੀ ਮਾਈਨੋਰਿਟੀ ਜਿੰਨੀਆਂ ਵੀ ਮਾਈਨਰ ਕਮਿਊਨਿਟੀਜ਼ ਨੇ ਉਹ ਵੀ ਹੋਣਗੀਆਂ। ਇਸ ਹਿਸਾਬ ਨਾਲ ਉਹਨਾਂ ਨੇ ਹਰ ਪਬਲਿਕ ਹਾਊਸਿੰਗ, ਜਿੰਨੀਆਂ ਵੀ ਕਲੋਨੀਆਂ ਬਣੀਆਂ, ਜਿੰਨੇ ਵੀ ਪਬਲਿਕ ਹਾਊਸਿਸ ਬਣੇ, ਉਹਦੇ ਵਿੱਚ ਦੀ ਰੇਸ਼ੋ ਡਿਸਾਈਡ ਕਰਤੀ ਕਿ ਇੰਨੇ ਹੀ ਦੇਣੇ। ਡਿਫਰੈਂਟ ਕਲਚਰ ਦੇ ਲੋਕ ਇਕੱਠੇ ਰਹਿੰਦੇ ਨੇ, ਉਹ ਸਮਝਦੇ ਨੇ, ਇੱਕ ਦੂਜੇ ਦਾ ਖਾਣ ਪੀਣ ਸਮਝਦੇ ਨੇ, ਇੱਕ ਦੂਜੇ ਦਾ ਕਲਚਰ ਸਮਝਦੇ ਨੇ, ਇੱਕ ਦੂਜੇ ਦੇ ਫੈਸਟੀਵਲਸ ਨੂੰ ਸਮਝਦੇ ਨੇ। ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਗੱਲ ਜੋ ਕੀਤੀ ਕਿ ਸਕੂਲਾਂ ਦੇ ਵਿੱਚ ਰੇਸ਼ੀਅਲ ਹਾਰਮੋਨੀ ਡੇ ਮਨਾਉਣਾ ਸ਼ੁਰੂ ਕੀਤਾ,
ਜੋ ਕਿ 21 ਜੁਲਾਈ ਨੂੰ ਮਨਾਇਆ ਜਾਂਦਾ ਹੈ। ਰੇਸ਼ੀਅਲ ਹਾਰਮਨੀ ਡੇ ਦਾ ਮਤਲਬ ਇਹ ਹੈ ਕਿ ਉਸ ਦਿਨ ਜਿਹੜੇ ਸਕੂਲ ਦੇ ਬੱਚੇ ਨੇ ਉਹ ਆਪਣੇ ਧਰਮ ਦੇ ਕੱਪੜੇ ਨਾ ਪਾ ਕੇ ਦੂਜੇ ਧਰਮ ਦੇ ਕੱਪੜੇ ਪਾ ਕੇ ਸਕੂਲ ਆਣਗੇ। ਬਹੁਤ ਹੀ ਚੰਗਾ ਸਟੈਪ ਲਿੱਤਾ ਗਿਆ ਕਿ ਸਾਰੇ ਧਰਮ ਦੇ ਲੋਕ ਇੱਕ ਦੂਜੇ ਨਾਲ ਬੱਚੇ ਵੀ ਈਵਨ ਕਿ ਬੱਚੇ ਵੀ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ, ਇੱਕ ਦੂਜੇ ਨੂੰ ਅੰਡਰਸਟੈਂਡ ਕਰਨ, ਇੱਕ ਦੂਜੇ ਦੇ ਕਲਚਰਸ ਦੀ ਨੀਡਸ ਨੂੰ ਸਮਝਣਗੇ। 21 ਜੁਲਾਈ ਨੂੰ ਐਵਰੀ ਈਅਰ ਮਨਾਇਆ ਜਾਂਦਾ ਰੇਸ਼ੀਅਲ ਹਾਰਮਨੀ ਡੇ। ਇਸ ਪੁਆਇੰਟ ਤੇ ਇਹਨਾਂ ਨੇ ਬਹੁਤ ਜ਼ਿਆਦਾ ਫੋਕਸ ਕੀਤਾ ਤੇ ਅੱਜ ਵੀ ਫੋਕਸ ਰੱਖਿਆ ਹੈ, ਉਹ ਜੀ ਹੈਗੀ ਹੈ ਸਫਾਈ। ਇਹਨਾਂ ਨੇ ਡਿਸਾਈਡ ਕੀਤਾ 1968 ਦੇ ਵਿੱਚ ਇੱਕ ਲਾਅ ਲੈ ਕੇ ਆਏ ਜਿਹਦੇ ਵਿੱਚ ਇਹਨਾਂ ਨੇ ਸਫਾਈ ਤੇ ਪੂਰਾ ਜ਼ੋਰ ਦਿੱਤਾ। ਇਹ ਚਾਹੁੰਦੇ ਸੀਗੇ ਕਿ ਹਰ ਬੰਦਾ ਜੋ ਵੀ ਸਿਟੀਜ਼ਨ ਹੈ ਇਸ ਕੰਟਰੀ ਦਾ ਉਹ ਆਪਣੀ ਜ਼ਿੰਮੇਵਾਰੀ ਸਮਝੇ, ਉਹ ਸ਼ਹਿਰ ਵਿੱਚ ਦੇਸ਼ ਵਿੱਚ ਗੰਦ ਨਾ ਪਵੇ, ਥਾਂ ਥਾਂ ਤੇ ਕੂੜਾ ਕਰਕਟ ਨਾ ਹੋਵੇ। ਉਹਨਾਂ ਦਾ ਉਹ ਬਹੁਤ ਹੀ ਸਟਰੋਂਗਲੀ ਬਿਲੀਵ ਕਰਦੇ ਸੀ ਕਿ ਸਫਾਈ ਦੇ ਨਾਲ ਹੀ ਬੰਦਾ ਸਿਵਲਾਈਜ਼ ਲੱਗਦਾ ਹੈ। ਤੇ ਡਿਫਰੈਂਟ ਤਰ੍ਹਾਂ ਦੇ ਕੈਂਪੇਨਸ ਰਨ ਕੀਤੇ ਗਏ, ਫਾਈਨਸ ਵੀ ਲਗਾਏ ਸਫਾਈ ਨੂੰ ਬਰਕਰਾਰ ਰੱਖਣ ਲਈ। ਫਸਟ ਜੇ ਤੁਸੀਂ ਉੱਥੇ ਪਹਿਲੀ ਵਾਰੀ ਕੋਈ ਗਲਤੀ ਕਰਦੇ ਹੋ ਸਫਾਈ ਨੂੰ ਲੈ ਕੇ ਤਾਂ ਤੁਹਾਡਾ $1000 ਤੱਕ ਦਾ ਤੁਹਾਨੂੰ ਫਾਈਨ ਹੈ। ਜੇ ਦੂਜੀ ਵਾਰੀ ਤੁਸੀਂ ਉਹ ਗਲਤੀ ਕਰਦੇ ਹੋ ਤਾਂ 2000, ਤੇ ਜੇ ਤੀਜੀ ਵਾਰੀ ਉਹ ਗਲਤੀ ਕਰਦੇ ਹੋ ਤਾਂ $5000 ਤੱਕ ਦਾ ਫਾਈਨ ਹੈ। ਮਤਲਬ $5000 ਬਹੁਤ ਹੀ ਵੱਡੀ ਰਕਮ ਹੋ ਜਾਂਦੀ ਹੈ ਕਿ ਸਿਰਫ ਇੱਕ ਬੰਦੇ ਨੇ ਜੇ ਥੁੱਕਿਆ ਹੋਵੇ ਸੜਕ ਦੇ ਉੱਤੇ। ਫਿਰ ਉਸ ਤੋਂ ਬਾਅਦ ਜੀ ਇਹਨਾਂ ਨੇ ਲਿਆਂਦੇ ਪਬਲਿਕ ਹਾਊਸਿੰਗਸ ਬਣਾਈ। ਇਹਨਾਂ ਨੇ ਪਬਲਿਕ ਹਾਊਸਿੰਗ ਬਣਾਉਣ ਦਾ ਮਕਸਦ ਇਹਨਾਂ ਦਾ ਇਹ ਸੀਗਾ ਕਿ ਜਿਹੜਾ ਸਲਮ ਹੈ, ਸਲਮ ਰੀਅਲੋਕੇਟ ਕੀਤਾ ਜਾਵੇ। ਸਲਮ ਜਿਹੜਾ ਹੈ, ਕਿਉਂਕਿ ਸਲਮ ਜੇ ਦਿਖੂਗਾ ਓਬਵੀਅਸਲੀ ਗੱਲ ਹੈ, ਜੇ ਸ਼ਹਿਰਾਂ ਦੇ ਵਿੱਚ ਬਸਤੀਆਂ ਦਿਖਣਗੀਆਂ, ਝੌਂਪੜੀਆਂ ਦਿਖਣਗੀਆਂ ਤਾਂ ਉਹ ਸੋਹਣੀਆਂ ਨਹੀਂ ਲੱਗਦੀਆਂ, ਉਹ ਸ਼ਹਿਰ ਦੀ ਖੂਬਸੂਰਤੀ ਨੂੰ ਘਟਾ ਦਿੰਦੀਆਂ। ਇਸ ਲਈ ਇਹਨਾਂ ਨੇ ਕੀ ਕੀਤਾ ਕਿ ਇੱਕ ਐਕਸ਼ਨ ਲਿੱਤਾ ਜਿਹਦੇ ਵਿੱਚ ਇਹਨਾਂ ਨੇ ਪਬਲਿਕ ਹਾਊਸਿੰਗ ਤੇ ਜ਼ੋਰ ਲਗਾਇਆ ਕਿ ਘਰ ਬਣਾ ਕੇ ਦਿੱਤੇ ਜਾਣ, ਲੋਕੀ ਉੱਤੇ ਹੀ ਰਹਿ ਸਕਣ ਤੇ ਕਾਫੀ ਸਸਤੇ ਰੇਟਾਂ ਤੇ ਉਹਨਾਂ ਨੂੰ ਘਰ ਪ੍ਰੋਵਾਈਡ ਕੀਤੇ। ਫਿਰ ਇਹਦਾ ਨਤੀਜਾ ਇਹ ਨਿਕਲਿਆ ਜੀ ਕਿ ਬਾਈ 2021 80% ਲੋਕ ਉਹ ਪਬਲਿਕ ਹਾਊਸਿੰਗ ਦੇ ਵਿੱਚ ਸ਼ਿਫਟ ਹੋ ਗਏ। ਉਸ ਤੋਂ ਬਾਅਦ ਜੀ ਇਹਨਾਂ ਨੇ ਕੰਮ ਕੀਤਾ ਅਰਬਨ ਪਲੈਨਿੰਗ ਦੇ ਵਿੱਚ। ਅਰਬਨ ਪਲੈਨਿੰਗ ਦੇ ਵਿੱਚ ਇਹ ਕਈ ਨਵੇਂ ਪ੍ਰੋਜੈਕਟ, ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਲੈ ਕੇ ਆਏ। ਫਿਰ ਇਹਨਾਂ ਨੇ ਹੈਲਥ ਕੇਅਰ ਨੂੰ ਵੀ ਮਜ਼ਬੂਤ ਕੀਤਾ। ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਹਰ ਬੰਦੇ ਨੂੰ ਜਿਹੜਾ ਬੇਸਿਕ ਇਲਾਜ ਆ ਜ਼ਰੂਰ ਮਿਲੇ। ਹਰ ਬੰਦੇ ਨੂੰ, ਜਿਵੇਂ ਆਪਾਂ ਬਾਹਰ ਬੈਠੇ ਆ, ਆਪਾਂ ਨੂੰ ਵੀ ਜੋ ਬੇਸਿਕ ਸਹੂਲਤਾਂ ਨੇ ਦਿੱਤੀਆਂ ਜਾਂਦੀਆਂ ਨੇ, ਅਸੀਂ ਕਦੀ ਵੀ GP ਵੱਲ ਜਾ ਸਕਦੇ ਆ। ਉੱਦਾਂ ਹੀ ਇਹਨਾਂ ਨੇ ਹੈਲਥ ਕੇਅਰ ਦੇ ਵਿੱਚ ਬਹੁਤ ਸਾਰਾ ਫੰਡ ਲਗਾਇਆ ਤਾਂ ਕਿ ਸਸਤੇ ਰੇਟਾਂ ਤੇ ਜਾਂ ਫਿਰ ਆਲਮੋਸਟ ਫ੍ਰੀ ਆਫ ਕੋਸਟ ਲੋਕੀ ਉਹ ਸੇਵਾਵਾਂ ਲੈ ਸਕਣ। ਹੈਵੀ ਟੈਕਸਿਸ ਲਗਾਏ ਕਾਰਾਂ ਤੇ। ਹਾਂਜੀ, ਇਹਨਾਂ ਨੇ ਬਹੁਤ, ਜੇ ਤੁਸੀਂ ਚੈੱਕ ਕਰੋਗੇ ਗੂਗਲ ਤੇ ਤਾਂ ਕਾਰ ਲੈਣਾ ਸਿੰਗਾਪੁਰ ਦੇ ਵਿੱਚ ਬਹੁਤ ਹੀ ਮਹਿੰਗੀ ਹੈ। ਰੀਜ਼ਨ ਇਹ ਹੈ ਕਿ ਇਹ ਟੈਕਸਿਸ ਜਿਹੜੇ ਨੇ ਕਾਰਾਂ ਤੇ ਬਹੁਤ ਜ਼ਿਆਦਾ ਲਗਾਏ ਹੋਏ ਨੇ। ਉਹਦਾ ਰੀਜ਼ਨ ਇਹਨਾਂ ਨੇ ਇਹ ਦੱਸਿਆ ਕਿ ਕਿਉਂਕਿ ਇਹਨਾਂ ਦੀ ਜਗ੍ਹਾ ਪਹਿਲਾਂ ਹੀ ਸਿੰਗਾਪੁਰ, ਮੈਂ ਤੁਹਾਨੂੰ ਦੱਸਿਆ ਕਿ ਦਿੱਲੀ ਨਾਲੋਂ ਅੱਧਾ ਏਰੀਆ ਹੈ ਤੇ ਇਹ ਨਹੀਂ ਚਾਹੁੰਦੇ ਸੀ ਕਿ ਜੇ ਲੋਕੀ ਕਾਰਾਂ ਵੱਧ ਤੋਂ ਵੱਧ ਲੈਣਗੇ ਤਾਂ ਰੋਡਸ ਵੀ ਕਾਫੀ ਬਣਾਉਣੀਆਂ ਪੈਣਗੀਆਂ। ਜੇ ਜ਼ਿਆਦਾ ਹਿੱਸਾ ਰੋਡਸ ਬਣਾਉਣ ਦੇ ਵਿੱਚ ਲੰਘ ਜਾਊਗਾ ਤੇ ਲੋਕਾਂ ਲਈ ਰਹਿਣ ਦੀ ਪ੍ਰੋਬਲਮ ਨਾ ਆਵੇ। ਤੇ ਇਹ ਕੰਸੀਡਰ ਕਰਦੇ ਆ ਇਹਨਾਂ ਨੇ ਦੇਖਿਆ ਕਿ ਨਹੀਂ, ਕਿ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ ਪਬਲਿਕ ਟਰਾਂਸਪੋਰਟੇਸ਼ਨ ਲਈ ਤੇ ਲੋਕਾਂ ਨੂੰ ਡਿਸਕਰੇਜ ਕੀਤਾ ਜਾਵੇ ਕਾਰਾਂ ਲਈ। ਇੱਕ ਲਿਮਿਟਡ ਨੰਬਰ ਆਫ ਕਾਰ ਦੀ ਹੋਣ ਰੋਡ ਤੇ। ਫੋਰ ਐਗਜ਼ਾਮਪਲ ਜੇ ਮੈਂ ਕਹਾਂ ਕਿ ਮੇਰੀ ਰੋਡ ਤੇ ਸਿਰਫ 10 ਕਾਰਾਂ ਹੋਣੀ ਚਾਹੀਦੀਆਂ ਤੇ ਜੇ 11ਵੀਂ ਕਾਰ ਆਉਂਦੀ ਹੈ ਤਾਂ ਉਹ 11ਵੀਂ ਕਾਰ ਉਦੋਂ ਹੀ ਆਊਗੀ ਜਦੋਂ ਕੋਈ ਇੱਕ 10 ਚੋਂ ਇੱਕ ਕਾਰ ਹਟੂਗੀ, ਨਾ ਕਿ ਉਹ 11ਵੀਂ ਵੀ ਆ ਜਾਊਗੀ ਫਿਰ 12ਵੀਂ ਵੀ ਆ ਜਾਊਗੀ ਤੇ ਉਹ ਪੂਰਾ ਕੰਜਸਟਡ ਕਰ ਦੂਗੀ ਉਹ ਰੋਡ ਨੂੰ। ਇਹ ਨਾ ਹੋਵੇ ਕਿ ਉੱਥੇ ਓਵਰ ਜ਼ਿਆਦਾ ਹੋ ਜਾਵੇ ਕਾਰਾਂ ਦੀ ਗਿਣਤੀ ਤੇ ਬਾਅਦ 'ਚ ਲੋਕਾਂ ਨੂੰ ਪ੍ਰੋਬਲਮ ਆਵੇ। ਸਰਕਾਰੀ ਕੰਪਨੀਆਂ ਸੀ, ਗਵਰਨਮੈਂਟ ਕੰਪਨੀ ਸੀ, ਉਹਨਾਂ ਨੂੰ ਵੀ ਬੜੇ ਹੀ ਵੈਲ ਆਰਗੇਨਾਈਜ਼ ਤਰੀਕੇ ਨਾਲ ਚਲਾਇਆ। ਇੱਦਾਂ ਨਹੀਂ ਕੀਤਾ ਕਿ ਮਿਸਮੈਨੇਜ ਹੋਈ ਹੋਵੇ। ਇਹਨਾਂ ਲਈ ਇਹ ਸੀਗਾ ਕਿ ਗਵਰਨਮੈਂਟ ਕੰਪਨੀਆਂ ਨੂੰ ਜੇ ਆਪਾਂ ਸੁਚੱਜੇ ਤਰੀਕੇ ਨਾਲ ਚਲਾਉਂਦੇ ਆ, ਆਪਾਂ ਉਹਨੂੰ ਵੈਲ ਆਰਗੇਨਾਈਜ਼ ਤਰੀਕੇ ਨਾਲ ਵੈਲ ਮੈਨੇਜ ਕਰਕੇ ਚੱਲਦੇ ਆ, ਤਾਂ ਉਹਦੇ ਵਿੱਚੋਂ ਜਿਹੜਾ ਪ੍ਰੋਫਿਟ ਆਊਗਾ ਉਹ ਪ੍ਰੋਫਿਟ ਆਪਾਂ ਲੋਕਾਂ ਤੇ ਹੀ ਲਗਾਵਾਂਗੇ, ਨਾ ਕਿ ਐ ਕਰੀਏ ਕਿ ਜਿਵੇਂ ਸਰਕਾਰੀ ਕੰਪਨੀਆਂ 'ਚ ਦੇਖ ਲਿਆ ਕਿ ਘਾਟੇ 'ਚ ਜਾ ਰਹੀਆਂ ਤਾਂ ਚਲੋ ਜੀ ਪ੍ਰਾਈਵੇਟਾਈਜ਼ ਕਰ ਦਿਓ, ਇਹਨਾਂ ਨੂੰ ਵੇਚ ਦਿਓ, ਇਹਨਾਂ ਦਾ ਕੋਈ ਫਾਇਦਾ ਨਹੀਂ। ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਹੋਣ ਨਹੀਂ ਦਿੱਤੀ। ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀਆਂ ਗਵਰਨਮੈਂਟ ਕੰਪਨੀਆਂ ਨੇ ਉਹ ਆਪਣੇ ਕੋਲ ਰੱਖਣ, ਉਹਨਾਂ ਨੂੰ ਵੈਲ ਮੈਨੇਜ ਕਰਕੇ ਚੱਲਣ। ਤੇ ਅੱਜ ਦੇ ਟਾਈਮ 'ਚ ਤੁਸੀਂ ਦੇਖ ਲਓ ਜਿੰਨੀਆਂ ਵੀ ਗਵਰਨਮੈਂਟ ਕੰਪਨੀ ਸਿੰਗਾਪੁਰ ਦੀ ਗਵਰਨਮੈਂਟ ਰਨ ਕਰ ਰਹੀ ਹੈ ਉਹ ਸਾਰੀਆਂ ਪ੍ਰੋਫਿਟ 'ਚ ਨੇ ਤੇ ਉਹਨਾਂ ਤੋਂ ਜਿਹੜਾ ਵੀ ਪੈਸਾ ਬਣ ਰਿਹਾ ਉਹ ਸਾਰਾ ਉਹ ਲੋਕਾਂ ਲਈ ਹੀ ਯੂਜ਼ ਕਰ ਰਹੇ ਨੇ। ਕਰਪਸ਼ਨ ਨੂੰ ਘੱਟ ਕਰਨ ਲਈ ਜਾਂ ਆਲਮੋਸਟ ਖਤਮ ਕਰਨ ਲਈ ਇਹਨਾਂ ਨੇ ਕੀ ਕੁਝ ਕੀਤਾ। ਇਹਨਾਂ ਨੇ ਫਸਟ ਥਿੰਗ ਕੀਤੀ ਕਿ ਪੋਲੀਟੀਸ਼ੀਅਨਸ ਨੂੰ
ਜੇ ਤੁਸੀਂ ਚੈੱਕ ਕਰੋ ਗੂਗਲ ਤੇ ਜਾ ਕੇ ਚੈੱਕ ਕਰੋ, ਪੋਲੀਟੀਸ਼ੀਅਨਸ ਜਿੰਨੇ ਵੀ ਸਿੰਗਾਪੁਰ ਦੇ ਵਿੱਚ ਇਸ ਟਾਈਮ ਨੇ, ਉਹਨਾਂ ਦੀ ਇਨਕਮ ਬਹੁਤ ਹਾਈ ਹੈ। ਜਿੰਨੇ ਵੀ ਗਵਰਨਮੈਂਟ ਅਫੀਸ਼ੀਅਲਸ ਨੇ, ਜਿੰਨੇ ਵੀ ਸਰਕਾਰੀ ਜੋਬਾਂ ਤੇ ਲੱਗੇ ਹੋਏ ਨੇ ਬੰਦੇ ਨੇ, ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਹਾਈ ਹੈ। ਈਵਨ ਕਿ ਤੁਸੀਂ ਸਰਪ੍ਰਾਈਜ਼ ਹੋ ਜਾਓਗੇ, ਜੋ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਹੈ, ਉਹਦੀ ਜਿਹੜੀ ਇਨਕਮ ਹੈ, ਉਹ ਇਨਕਮ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲੋਂ ਵੀ ਜ਼ਿਆਦਾ ਹੈ। ਹਾਂਜੀ, ਜਿਹੜੀ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਇਨਕਮ ਹੈ, ਉਹ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਨਾਲੋਂ ਘੱਟ ਹੈ। ਮਤਲਬ ਕਿ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਇਹਨਾਂ ਨੇ ਕਰਪਸ਼ਨ ਨੂੰ ਖਤਮ ਕਰਨ ਦਾ ਇੱਕ ਇਹੋ ਜਿਹਾ ਤਰੀਕਾ ਲੱਭਿਆ ਕਿ ਇਹਨਾਂ ਨੂੰ ਪਹਿਲਾਂ ਹੀ ਵੱਧ ਦਿਓ, ਇਹਨਾਂ ਦੀ ਇਨਕਮ ਪਹਿਲਾਂ ਹੀ ਇੰਨੀ ਵੱਧ ਕਰ ਦਿਓ ਕਿ ਇਹ ਸੋਚ ਹੀ ਨਾ ਸਕੇ ਕਰਪਸ਼ਨ ਬਾਰੇ। ਜੇ ਵੀ ਉਸ ਤੋਂ ਬਾਅਦ ਵੀ ਇਹ ਸੋਚਦੇ ਆ ਤਾਂ $1 ਲੱਖ ਤੱਕ ਦਾ ਫਾਈਨ ਹੈ ਜੀ, ਤੇ 25 ਸਾਲ ਦੀ ਪਨਿਸ਼ਮੈਂਟ ਹੈ, 25 ਸਾਲ ਦੀ। ਓਬਵੀਅਸਲੀ ਗੱਲ ਹੈ, ਤੁਹਾਨੂੰ ਪਹਿਲਾਂ ਹੀ ਪੈਸੇ ਇੰਨੇ ਮਿਲ ਰਹੇ ਨੇ, ਤੁਸੀਂ ਕਿਉਂ ਸੋਚੋਗੇ ਕਰਪਸ਼ਨ ਬਾਰੇ? ਇਹਨਾਂ ਰੀਜ਼ਨਾਂ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਿੰਗਾਪੁਰ ਹੈ, ਉਹ 4th ਲੀਸਟ ਕਰਪਸ਼ਨ ਕੰਟਰੀ ਹੈ। ਮਤਲਬ ਲੀਸਟ ਕਰਪਸ਼ਨ ਮਤਲਬ ਸਭ ਤੋਂ ਘੱਟ, ਮਤਲਬ ਚੌਥੇ ਨੰਬਰ ਤੇ ਜਿੱਥੇ ਕਿ ਸਭ ਤੋਂ ਘੱਟ ਕਰਪਸ਼ਨ ਹੁੰਦੀ ਹੈ ਵਰਲਡ ਦੇ ਵਿੱਚ। ਅੱਜ ਸਿੰਗਾਪੁਰ ਦੀ ਪੋਜੀਸ਼ਨ ਨੰਬਰ 4 ਹੈ ਜੀ। ਮਤਲਬ 1965 ਤੋਂ ਪਹਿਲਾਂ ਦੇ ਹਾਲਾਤ ਤੇ ਅਗਲੇ 40-50 ਸਾਲਾਂ ਦੇ ਹਾਲਾਤ ਮਤਲਬ ਬਿਲਕੁਲ ਹੀ ਟਰਨ ਅਰਾਊਂਡ ਕਰਤਾ ਉਹਨਾਂ ਨੇ, ਬਿਲਕੁਲ ਹੀ ਪਾਸਾ ਹੀ ਪਲਟਤਾ। ਤੁਹਾਡੀ ਕੰਟਰੀ ਦੇ ਲੀਡਰਸ ਨੇ ਜੋ, ਉਹ ਵਿਜ਼ਨਰੀ ਹੋਣੇ ਚਾਹੀਦੇ ਨੇ, ਉਹ ਇੱਕ ਲੰਬੀ ਸੋਚ ਵਾਲੇ ਹੋਣੇ ਚਾਹੀਦੇ ਨੇ। ਸਿੰਗਾਪੁਰ ਨੂੰ ਜੇ ਤੁਸੀਂ ਰੋਲ ਮਾਡਲ ਲੈ ਕੇ ਚੱਲੋ, ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਉਹਨਾਂ ਦੇ ਲੀ ਕੁਆਨ ਯੂ, ਜੇ ਉਹਨਾਂ ਨੂੰ ਤੁਸੀਂ ਆਪਣਾ ਲੀਡਰ ਮੰਨ ਕੇ ਚੱਲੋ, ਜੇ ਤੁਸੀਂ ਉਹਨਾਂ ਤੋਂ ਕੁਝ ਸਿੱਖ ਸਕੋ ਤਾਂ ਇਹ ਚੀਜ਼ਾਂ ਸਿੱਖੋ ਕਿ ਕਿਵੇਂ ਤੁਸੀਂ ਲਿਮਟਿਡ ਰਿਸੋਰਸਿਸ ਹੋਣ ਦੇ ਬਾਵਜੂਦ ਵੀ ਤੁਸੀਂ ਪਰਫਾਰਮੈਂਸ ਕੱਢ ਕੇ ਦਿਖਾ ਸਕਦੇ ਹੋ, ਪ੍ਰੋਡਕਟਿਵ ਹੋ ਸਕਦੇ ਹੋ। ਤੇ ਅੱਜ ਸਿੰਗਾਪੁਰ ਨੂੰ ਨੰਬਰ 1 ਪੋਜੀਸ਼ਨ ਤੱਕ ਲੈ ਕੇ ਆ ਚੁੱਕੇ ਹੋ ਏਸ਼ੀਆ ਦੇ ਵਿੱਚ, ਜੋ ਕਿ ਬਹੁਤ ਹੀ ਵੱਡੀ ਗੱਲ ਹੈ। ਅੱਜ ਲਈ ਇੰਨਾ ਹੀ। ਹੋਪਫੁਲੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਪਲੀਜ਼ ਲਾਈਕ, ਫੋਲੋ ਤੇ ਕਮੈਂਟ ਜ਼ਰੂਰ ਕਰੋ ਜੀ, ਤੇ ਪਲੀਜ਼ ਦੱਸੋ ਕਿ ਮੈਂ ਕੀ ਇੰਪਰੂਵ ਕਰ ਸਕਦਾ। ਤੇ ਹੋਪਫੁਲੀ ਤੁਹਾਨੂੰ ਇੰਟਰਸਟਿੰਗ ਲੱਗੀ ਹੋਊਗੀ, ਤੁਸੀਂ ਕੋਈ ਨਵਾਂ ਜਾਣਿਆ ਹੋਊਗਾ। ਇਹੋ ਜਿਹੇ ਨਿਊ ਕਨਸੈਪਟ ਅੱਗੇ ਵੀ ਆਉਂਦੇ ਰਹਿਣਗੇ, ਨਿਊ ਵੀਡੀਓਜ਼ ਅੱਗੇ ਵੀ ਆਉਂਦੇ ਰਹਿਣਗੀਆਂ। ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ।